ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਦੇ ਪ੍ਰੋਗਰਾਮ ਵਿੱਚ ਮੇਰੇ ਨਾਲ ਹਾਜ਼ਰ ਨੇ ਗੈਸਟ ਨੇ ਸ਼ਮਸ਼ੇਰ ਸਿੰਘ ਗਿੱਲ ਬਰੈਂਪਟਨ ਰੇਡੀਓ ਤੋਂ। ਬਰੈਂਪਟਨ ਰੇਡੀਓ ਤੁਸੀਂ ਬਰੈਂਪਟਨ ਤੇ ਆਲੇ ਦੁਆਲੇ ਦੇ ਖੇਤਰ ਵਿੱਚ ਸੁਣਦੇ ਹੋ। ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ। ਸਿਮਰਤ ਜੀ ਸਤਿ ਸ੍ਰੀ ਅਕਾਲ, ਔਰ ਪੰਜਾਬ ਸਟਾਰ ਟੀਵੀ ਵੇਖਣ ਵਾਲਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਕਿਸ ਤਰ੍ਹਾਂ ਹੈ ਜੀ? ਸਭ ਕੁਝ ਠੀਕ ਹੈ ਜੀ। ਤੁਹਾਡੇ ਨਾਲ ਆ, ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਅੱਜ ਕੱਲ੍ਹ ਕੋਈ ਨਵੀਂ ਤਾਜ਼ੀ ਤਾਂ ਹੈ ਨਹੀਂ। ਬਿਲਕੁਲ, ਕਿਉਂਕਿ ਸਾਰਾ ਕੁਝ ਹੀ ਲੋਕਡਾਊਨ ਹੈ ਤੇ ਬਾਹਰ ਵੀ ਕੋਈ ਬਾਹਲੇ ਕੋਈ ਐਕਟੀਵਿਟੀ ਨਹੀਂ ਗੀ ਜੀ। ਸਿਰਫ ਰੇਡੀਓ 'ਤੇ ਜਾਂ ਫਿਰ ਤੁਸੀਂ ਅੱਜ ਮੌਕਾ ਦਿੱਤਾ ਬੁਲਾਇਆ, ਤੇ ਇਸ ਤੋਂ ਵੱਧ ਕੁਝ ਨਹੀਂ ਹੈ ਜੀ। ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢਿਆ। ਅੱਛਾ ਸ਼ਮਸ਼ੇਰ ਜੀ, ਆਪਾਂ ਅੱਜ ਗੱਲ ਕਰਾਂਗੇ ਕਿਉਂਕਿ ਕੋਵਿਡ-19 ਦਾ ਜਿਹੜਾ ਸਮਾਂ ਚੱਲ ਰਿਹਾ ਅਜੇ ਵੀ ਸਾਰੀ ਦੁਨੀਆ 'ਤੇ ਕਾਫੀ ਜਿਹੜੇ ਕੇਸ ਵਧੇ ਹੋਏ ਨੇ ਤੇ ਖਾਸ ਕਰਕੇ ਕੈਨੇਡਾ ਦੇ ਵਿੱਚ ਵੀ ਜਿਹੜੇ ਕੇਸ ਲਗਾਤਾਰ ਵਧੇ ਹੋਏ ਨੇ। ਅੰਟੈਰੀਓ ਦੇ ਵਿੱਚ ਵੀ ਕੇਸ ਲਗਾਤਾਰ ਜਿਹੜੇ ਉੱਪਰ ਜਾ ਰਹੇ ਨੇ, ਭਾਵੇਂ ਕਿ ਬਹੁਤ ਸਾਰੀਆਂ ਹੋਰ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ। ਆਪਾਂ ਇਸ ਤੋਂ ਗੱਲ ਸ਼ੁਰੂ ਕਰਦੇ ਹਾਂ ਵੀ ਜਿਹੜਾ ਫੈਡਰਲ ਸਰਕਾਰ ਦਾ ਜਦੋਂ ਕੋਵਿਡ-19 ਦੀਆਂ ਗੱਲਾਂ ਸ਼ੁਰੂ ਹੋਈਆਂ ਨੇ ਜਨਵਰੀ ਫਰਵਰੀ ਦੇ ਵਿੱਚ, ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਸੀਗਾ? ਸਲੋ ਸੀ ਜਾਂ ਕਿਸ ਤਰ੍ਹਾਂ ਦਾ ਰਿਸਪੌਂਸ ਸੀ? ਰਿਸਪੌਂਸ ਮੇਰੇ ਹਿਸਾਬ ਦੇ ਨਾਲ ਬੜਾ ਸਲੋ ਸੀ ਜੀ। ਠੀਕ ਹੈ। ਔਰ ਮੈਂ ਤਾਂ ਇਹ ਕਹੂੰਗਾ ਵੀ ਪਹਿਲਾਂ ਇਹਨਾਂ ਨੇ ਇਹੀ ਵੇਖਿਆ ਕਿ ਇਹ ਚਾਈਨਾ ਦੇ ਵਿੱਚ ਹੈ। ਚਾਈਨਾ ਇੱਕ ਏਸ਼ੀਅਨ ਮੁਲਕ ਹੈ, ਔਰ ਜਿਹੜੀਆਂ ਏਸ਼ੀਅਨ ਮੁਲਕ ਨੇ ਉਹਨਾਂ ਦੇ ਵਿੱਚ ਇਹੋ ਜਿਹੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਚੱਲਦੀਆਂ ਰਹਿੰਦੀਆਂ ਨੇ। ਠੀਕ ਹੈ। ਔਰ ਮੇਰਾ ਖਿਆਲ ਉਸ ਸਮੇਂ ਭੁੱਲ ਗਏ ਸੀ ਕਿ ਜਿਹੜਾ ਅੱਜ ਗਲੋਬਲਾਈਜੇਸ਼ਨ ਹੈ, ਦੁਨੀਆ ਬੜੀ ਛੋਟੀ ਹੈ, ਔਰ ਚਾਈਨਾ ਤੇ ਇੰਡੀਆ ਦੇ ਨਾਲ ਸਾਡਾ ਜਿਹੜਾ ਵਪਾਰ ਹੈ ਉਹ ਬਹੁਤ ਹੈ। ਇਸ ਦਾ ਭਾਵ ਆ ਕਿ ਜਿਹੜੇ ਕਾਰੋਬਾਰੀ ਨੇ ਜਾਂ ਟੂਰਿਸਟ ਵੀ ਨੇ, ਉਹ ਬਹੁਤ ਆਉਣ ਜਾਣਾ ਦੋਵਾਂ ਮੁਲਕਾਂ ਦੇ ਵਿੱਚ। ਸੋ ਜਦੋਂ ਇਹ ਮਾਰਚ ਦੇ ਵਿੱਚ ਇਹਨਾਂ ਨੇ ਸਟੈਪ ਲੈਣੇ ਸ਼ੁਰੂ ਕੀਤੇ, ਉਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਕਿੱਡੀ ਭਿਆਨਕ ਬਿਮਾਰੀ ਹੈ ਤੇ ਇਸ ਦੇ ਦੂਰ ਅੰਦੇਸ਼ ਸਿੱਟੇ ਕੀ ਨਿਕਲਣਗੇ। ਸੋ ਮੇਰੇ ਜਿਹੜਾ ਮੁੱਖ ਦੀ ਗੱਲ ਇਹ ਹੈ ਕਿ ਇਹਨਾਂ ਨੇ ਆਪਦੀਆਂ ਜਿਹੜੀਆਂ ਹੈਲਥ ਏਜੰਸੀ ਸੀ ਉਹਨਾਂ ਦਾ ਵੀ, ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਜਿਹੜੀਆਂ ਚੇਤਾਵਨੀਆਂ ਸੀ ਸ਼ੁਰੂ ਦੇ ਵਿੱਚ, ਉਹਨਾਂ ਨੂੰ ਪਹਿਲੋਂ ਪਹਿਲ ਇਹਨਾਂ ਨੇ ਸਾਰੇ ਵੈਸਟਰਨ ਮੁਲਕਾਂ ਨੇ ਔਰ ਯੂਰਪ ਨੇ ਅਣਗੌਲਿਆ ਹੀ ਕੀਤਾ ਹੈ। ਪਿੱਛੇ ਜਿਹੇ ਕਿਉਂਕਿ ਜਦੋਂ ਵੀ ਪ੍ਰਧਾਨ ਮੰਤਰੀ ਆਪਣਾ ਜਦੋਂ ਵੀ ਕੋਈ ਐਲਾਨ ਕਰਦੇ ਹੁੰਦੇ ਸੀ ਤੇ ਇਹ ਕਹਿੰਦੇ ਹੁੰਦੇ ਸੀਗੇ ਵੀ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਜਿਹੜੇ ਹੈਲਥ ਅਫੀਸ਼ੀਅਲਸ ਨੇ ਉਹਨਾਂ ਦੇ ਹਿਸਾਬ ਦੇ ਨਾਲ ਹੀ ਕਰ ਰਹੇ ਹਾਂ, ਵੀ ਅਸੀਂ ਔਨ ਟਰੈਕ ਹਾਂ। ਅਤੇ ਜਿਹੜੇ ਆਪਣੇ ਕੈਨੇਡਾ ਦੇ ਹੈਲਥ ਆਫੀਸਰ ਨੇ ਥੈਰੇਸਾ ਟੈਮ, ਪਿੱਛੇ ਜੇ ਉਹਨਾਂ ਦੀ ਵੀ ਕਾਫੀ ਆਲੋਚਨਾ ਹੋਈ ਸੀ ਵੀ ਉਹ ਜਿਹੜੀ ਪੂਰੀ ਸਥਿਤੀ ਨੂੰ ਉਹਨਾਂ ਨੇ ਸਹੀ ਢੰਗ ਦੇ ਨਾਲ ਨਹੀਂ ਘੋਖਿਆ। ਤੁਸੀਂ ਕੀ ਸਮਝਦੇ ਹੋ ਵੀ ਇੱਥੇ ਸਰਕਾਰ ਦੀ ਵੀ ਹੁਣ ਤਾਂ ਇਹ ਰਹੀ ਹੈ ਵੀ ਉਸ ਚੀਜ਼ ਨੂੰ ਉਹ ਘੋਖ ਨਹੀਂ ਸਕੇ ਵੀ ਇਹਦੀ ਪਹਿਲਾਂ ਲੋੜ ਸੀ? ਗਰੇਵਾਲ ਸਾਹਿਬ, ਇੱਕ ਗੱਲ ਸਮਝ ਲਈਏ ਕਿ ਸਰਕਾਰ ਨੂੰ ਕੌਣ ਚਲਾਉਂਦਾ? ਪੋਲੀਟੀਸ਼ੀਅਨ ਚਲਾਉਂਦੇ ਨੇ। ਔਰ ਪੋਲੀਟੀਸ਼ੀਅਨਾਂ ਨੇ ਵੋਟਾਂ ਮੰਗਣੀਆਂ ਹੁੰਦੀਆਂ, ਉਹਨਾਂ ਦੀ ਉਹੀ ਜਿੱਤ ਹਾਰ ਹੁੰਦੀ ਹੈ। ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਗਲਤੀ ਹੋ ਵੀ ਗਈ ਤਾਂ ਉਹ ਕਿਸੇ ਹੋਰ 'ਤੇ ਸੁੱਟ ਦਿੱਤੀ ਜਾਵੇ। ਠੀਕ ਹੈ। ਔਰ ਉਸ ਤੋਂ ਬਾਅਦ ਦੱਬਵੀਂ ਆਵਾਜ਼ ਦੇ ਵਿੱਚ, ਕਿਉਂਕਿ ਜਿਹੜੇ ਅਫੀਸ਼ੀਅਲਸ ਨੇ ਇਹ ਵੀ ਤਾਂ ਸਰਕਾਰਾਂ ਅਪੁਆਇੰਟ ਕਰਦੀਆਂ ਨੇ, ਉਹ ਕਿਤੇ ਨਾ ਕਿਤੇ ਵੱਜੇ ਹੋਏ ਹੁੰਦੇ ਨੇ ਥੋੜ੍ਹੀ ਜਿਹੀ ਲੋਇਲਟੀ ਲਈ। ਔਰ ਪਰ ਬਾਅਦ ਦੇ ਵਿੱਚ ਇਹ ਖਬਰਾਂ ਆ ਗਈਆਂ ਸਨ ਕਿ ਜਨਵਰੀ ਦੇ ਵਿੱਚ ਜਿਹੜੇ ਕੈਨੇਡਾ ਦੇ ਹੈਲਥ ਅਫੀਸ਼ੀਅਲ ਸੀ ਉਹਨਾਂ ਨੇ ਬਰੀਫਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ, ਚਾਹੇ ਉਹ ਅਮਰੀਕਾ ਹੋਵੇ ਤੇ ਚਾਹੇ ਉਹ ਕੈਨੇਡਾ ਹੋਵੇ। ਔਰ ਅਮਰੀਕਾ ਦੇ ਜਿਹੜੇ ਡੋਨਲਡ ਟਰੰਪ ਨੇ ਰਾਸ਼ਟਰਪਤੀ, ਉਹ ਥੋੜ੍ਹੇ ਜਿਹੇ ਜੋ ਬੇਬਾਕ ਨੇ ਬੋਲਣ ਦੇ ਵਿੱਚ, ਉਹਨਾਂ 'ਤੇ ਜਦੋਂ ਕੋਈ ਗੱਲ ਆਉਂਦੀ ਹੈ 2 ਹਫ਼ਤੇ ਪਹਿਲਾਂ ਉਹ ਕਹਿੰਦੇ ਸੀ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਦਾ ਚੀਫ ਹੈ ਉਸ ਨੂੰ ਹੀ ਫਾਇਰ ਕਰ ਦਿਓ। ਕਿਉਂਕਿ ਉਹ ਗੱਲ ਦੱਸ ਰਿਹਾ ਸੀਗਾ ਜੀ ਅਸੀਂ ਤਾਂ ਇੰਨੇ ਸਮੇਂ ਤੋਂ ਇਹਨਾਂ ਨੂੰ ਦੱਸਦੇ ਆ ਰਹੇ ਸੀ ਕਿ ਕੋਵਿਡ-19 ਹੈ, ਲਾਗ ਦੀ ਬਿਮਾਰੀ ਹੈ, ਸੋ ਇਸ ਲਈ ਆਪਾਂ ਨੂੰ ਅਲਰਟ ਹੋ ਜਾਣਾ ਚਾਹੀਦਾ। ਔਰ ਉਹ ਸਮਾਂ ਸੀ ਜਦੋਂ ਬਹੁਤ ਸਾਰੀਆਂ ਊਣਤਾਈਆਂ ਵੀ ਰਹਿ ਗਈਆਂ, ਤਿਆਰੀ ਵੀ ਨਹੀਂ ਸੀ ਹੋਈ। ਫਿਰ ਜਦੋਂ ਇੱਕਦਮ ਠਾਹ ਸੋਟਾ ਵੱਜਿਆ ਉਦੋਂ ਫਿਰ ਇਹਨਾਂ ਨੂੰ ਪਤਾ ਲੱਗਿਆ। ਸੋ ਹੁਣ ਬੇਸ਼ੱਕ ਇਹ ਇਸ ਦੇ ਚੱਲਦਿਆਂ ਲੋਕ ਧਿਆਨ ਨਹੀਂ ਦਿੰਦੇ, ਪਰ ਅੱਗੇ ਜਿਵੇਂ ਇਹ ਘਟੂਗਾ ਦਾ ਪ੍ਰਕੋਪ, ਉਸ ਹਿਸਾਬ ਦੇ ਨਾਲ ਫਿਰ ਪੁਰਾਣੇ ਹਿਸਾਬ ਕਿਤਾਬ ਲੋਕ ਵੇਖਣ ਲੱਗ ਜਾਂਦੇ ਨੇ ਵੀ ਕਿੱਥੇ ਗਲਤੀ ਹੋਈ ਹੈ, ਕਿਹਨੇ ਕੀਤੀ ਹੈ, ਕਿਹਨੇ ਸਮੇਂ ਸਿਰ ਕਦਮ ਨਹੀਂ ਚੁੱਕੇ। ਠੀਕ ਹੈ। ਜਿੱਥੇ ਆਪਾਂ ਹੁਣ ਫੈਡਰਲ ਸਰਕਾਰ ਦੀ ਗੱਲ ਕੀਤੀ ਹੈ, ਕਿਉਂਕਿ ਪ੍ਰੋਵਿੰਸ ਸਰਕਾਰਾਂ ਦਾ ਵੀ ਆਪੋ ਆਪਣਾ ਇਹਦੇ ਵਿੱਚ ਰੋਲ ਰਿਹਾ ਹੈ, ਅਤੇ ਜੇ ਖਾਸ ਕਰਕੇ ਆਪਾਂ ਅੰਟੈਰੀਓ ਸਰਕਾਰ ਦੀ ਗੱਲ ਕਰੀਏ, ਇਹਦੇ ਸੰਬੰਧ ਵਿੱਚ ਸਰਕਾਰ ਦਾ ਕਿੱਦਾਂ ਦਾ ਰੋਲ ਰਿਹਾ? ਵੇਖੋ ਜੀ, ਜਿੱਥੇ ਅੰਤਰਰਾਸ਼ਟਰੀ ਪੱਧਰ ਦੀ ਕੋਈ ਵੀ ਸੰਕਟ ਹੈ ਉਹ ਪਹਿਲਾਂ ਦੇਸ਼ ਟੂ ਦੇਸ਼ ਹੀ ਪਹੁੰਚਦਾ ਹੈ। ਕੋਈ ਭਾਵ ਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸੰਪਰਕ ਕਰਨਾ ਤਾਂ ਉਹ ਕੈਨੇਡਾ ਗੌਰਮੈਂਟ ਨੂੰ ਕਰਨਾ ਕਿ ਜੀ ਆ ਫਲਾਣੇ ਥਾਂ 'ਤੇ ਫਲਾਣੀ ਬਿਮਾਰੀ ਫੈਲ ਰਹੀ ਹੈ ਤੇ ਹੋ ਸਕਦਾ ਇਹ ਇੱਥੋਂ ਤੱਕ ਪਹੁੰਚ ਜੇ। ਠੀਕ ਹੈ। ਔਰ ਜਿਹੜੀਆਂ ਫੈਡਰਲ ਗਵਰਨਮੈਂਟ ਹੈ ਉਹ ਫਿਰ ਉਸ ਤੋਂ ਜਿਹੜੀਆਂ ਦਿਸ਼ਾ ਨਿਰਦੇਸ਼ ਆਉਂਦੇ ਨੇ ਥੱਲੇ ਸੂਬਿਆਂ ਨੂੰ, ਸੂਬਾ ਸਰਕਾਰਾਂ ਤੋਂ ਫਿਰ ਇਸੇ ਤਰੀਕੇ ਜਿਵੇਂ ਥੱਲੇ ਸੋਰਸਿਸ ਦੇ ਹਿਸਾਬ ਨਾਲ ਸ਼ਹਿਰਾਂ ਦੇ ਵਿੱਚ ਪਹੁੰਚ ਜਾਂਦੇ ਨੇ। ਠੀਕ ਹੈ।
ਔਰ ਦੂਸਰੀ ਗੱਲ ਮੈਂ ਸੋਚਦਾ, ਕਿਉਂਕਿ ਅੱਜ ਕੱਲ ਜਿਹੜਾ ਜ਼ਮਾਨਾ ਇਹ ਤਾਂ ਹੈ ਨਹੀਂਗਾ ਜੇ ਫੈਡਰਲ ਗਵਰਨਮੈਂਟ ਵੱਲੋਂ ਕੋਈ ਸੁਨੇਹਾ ਆਊਗਾ ਤਾਂ ਹੀ ਅਸੀਂ ਕੋਈ ਕਦਮ ਚੁੱਕਣਾ। ਔਰ ਬਹੁਤ ਸਾਰੀ ਉਹੀ ਬੰਦਾ ਜਿਹੜਾ ਜਿੱਤ ਜਾਂਦਾ ਜਿਹੜਾ ਆਪਣੀ ਸ਼ੁਰੂਆਤ ਆਪਣੇ ਹਿਸਾਬ ਦੇ ਨਾਲ ਪਹਿਲਾਂ ਕਰ ਲੈਂਦਾ। ਠੀਕ ਹੈ, ਕਿਉਂਕਿ ਖਬਰਾਂ ਤਾਂ ਜੋ ਕੈਨੇਡਾ 'ਚ ਆਉਂਦੀਆਂ ਸੀ ਉਹੀ ontario 'ਚ ਵੀ ਆਉਂਦੀਆਂ ਸੀ। ਸੋ ਮੈਂ ਸਮਝਦਾ ਵੀ ontario ਗਵਰਨਮੈਂਟ ਵੀ ਕੋਈ ਸਾਰਥਕ ਕਦਮ ਸ਼ੁਰੂ 'ਚ ਨਹੀਂ ਚੁੱਕ ਸਕੀ। ਚਾਹੀਦਾ ਉਹਨੂੰ ਇਹ ਸੀਗਾ ਵੀ ਘੱਟੋ ਘੱਟ ਜਿਹੜੀਆਂ ਪ੍ਰੀਕਾਸ਼ਨਰੀ ਸਟੈਪ ਸੀਗੇ ਉਹ ਆਪਣੇ ਪੱਧਰ ਤੇ ਲੈਣੇ ਸ਼ੁਰੂ ਕਰ ਦਿੰਦੇ। ਉਹ ਪਰ ਸਾਡੀ ਤਰਾਸਦੀ ਇਹ ਰਹੀ ਹੈ ਕਿ ਅਸੀਂ ਹਮੇਸ਼ਾ ਹੀ ਦੂਸਰੇ ਵੱਲ ਦੇਖਦੇ ਹਾਂ ਕਿ ਦੂਸਰਾ ਕਰਦਾ ਤਾਂ ਫਿਰ ਅਸੀਂ ਸ਼ੁਰੂ ਕਰਾਂਗੇ। ਉਹ ਫਿਰ ਦੇਖਣਗੇ ਜੀ ਅਲਬਰਟਾ ਨੇ ਨਹੀਂ ਕੀਤਾ, ਕੁਬੈਕ ਨੇ ਨਹੀਂ ਕੀਤਾ, BC ਨੇ ਨਹੀਂ ਕੀਤਾ, ਫਿਰ ਸ਼ਾਇਦ ਸਾਡੀ ਵੀ ਕੋਈ ਲੋੜ ਨਹੀਂ। ਪਰ ਅਸੀਂ ਇਹ ਭੁੱਲ ਜਾਂਦੇ ਕਿ ontario ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਕੈਨੇਡਾ ਦੇ ਵਿੱਚ, ਤਕਰੀਬਨ 14.5 ਮਿਲੀਅਨ ਦੀ ਆਬਾਦੀ ਹੈ। ਹਾਂਜੀ, ਕਿਉਂਕਿ ਜਿਹੜੇ ਕੇਸ ਵੀ ਕਿਊਬੈਕ ਤੇ ontario 'ਚ ਸਭ ਤੋਂ ਵੱਧ ਨੇ। ਕਿਊਬੈਕ, ontario ਤੇ ਅਲਬਰਟਾ ਜੀ। ਹਾਂਜੀ ਹਾਂ, ਔਰ ਜੋ ਖਾਸ ਗੱਲਾਂ ਜਿਹੜੀਆਂ ontario ਗਵਰਨਮੈਂਟ ਨੂੰ ਕਰ ਦੇਣੀਆਂ ਚਾਹੀਦੀਆਂ ਸੀਗੀਆਂ ਆਪਣੇ ਤੌਰ ਤੇ, ਕਿਉਂਕਿ ਫਿਰ ਤਾਂ ਦੂਸਰਿਆਂ ਨੇ ਵੀ ਲੱਗ ਜਾਣਾ ਸੀ ਕਿ ਤੁਹਾਡੇ ਕੋਲੇ ਥਾਂ ਵੀ ਵੱਡਾ ਹੈ, ਤੁਹਾਡੇ ਕੋਲੇ ਲੋਕ ਵੀ ਵੱਧ ਨੇ, ਤੁਹਾਨੂੰ ਸਾਂਭਣ ਲਈ ਫੈਸਿਲਿਟੀ ਵੀ ਜ਼ਿਆਦਾ ਚਾਹੀਦੀ ਹੈ, ਤੁਹਾਨੂੰ ਮੈਡੀਕਲ ਸਪਲਾਈਜ਼ ਵੀ ਜ਼ਿਆਦਾ ਚਾਹੀਦੀਆਂ ਨੇ। ਔਰ ਜਦੋਂ ਪਤਾ ਲੱਗਿਆ ਕਿ ਸਾਡੇ ਡਾਕਟਰਸ ਕੋਲੇ, ਫਰੰਟ ਲਾਈਨ ਵਰਕਰਸ ਕੋਲੇ ਮਾਸਕ ਨਹੀਂ ਹੈਗੇ, ਮੈਡੀਕਲ ਮਾਸਕ ਨਹੀਂ ਹੈਗੇ, ਜਾਂ ਫਿਰ ਹੋਰ ਲੋੜੀਂਦੀਆਂ ਚੀਜ਼ਾਂ ਨਹੀਂ ਹੈਗੀਆਂ, ਉਹ ਚੀਜ਼ਾਂ ਵੀ ਫਿਰ ਅਸੀਂ ਬਾਹਰੋਂ ਵੇਖਦੇ ਹਾਂ ਵੀ ਕਿੱਥੋਂ ਆਉਣਗੀਆਂ। ਇਹ ਵੀ ਖਬਰਾਂ ਆਈਆਂ ਸੀ ਵੀ ਜਦੋਂ ਚਾਈਨਾ 'ਚ ਜਨਵਰੀ ਫਰਵਰੀ ਵਿੱਚ ਉੱਥੇ ਕਾਫੀ ਉੱਪਰ ਸੀ ਇਹ ਕੋਵਿਡ-19 ਤੇ ਇੱਥੋਂ ਜਿਹੜੀਆਂ ਜ਼ਰੂਰੀ ਵਸਤਾਂ ਸੀ ਜਿੱਦਾਂ ਮਾਸਕ, ਕੋਈ ਹੋਰ ਗਲਵਸ ਵਗੈਰਾ, ਇਹਨਾਂ ਨੇ ਚਾਈਨਾ ਨੂੰ ਭੇਜੇ 16 ਟਨ। ਹਾਂ, ਪਰ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਕੋਲ ਇਹਨਾਂ ਦੀ ਸ਼ਾਰਟੇਜ ਆਣੀ ਹੈ, ਫਿਰ ਉਹ ਉੱਥੋਂ ਵਾਪਸ ਉਹਨਾਂ ਤੋਂ ਮੰਗਾਉਣ ਲੱਗੇ। ਔਰ ਫਿਰ ਉੱਥੋਂ ਵਾਪਸ ਆਉਣ ਲੱਗੇ। ਤੁਹਾਨੂੰ ਸ਼ਾਇਦ ਤੁਸੀਂ ਪੜ੍ਹਿਆ ਹੋਵੇ ਕਿ ਇੱਕ ਡਾਕਟਰ, 2 ਡਾਕਟਰ ਸੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਜ਼ਰੂਰਤ ਪੈਣੀ ਹੈ ਵੱਡੇ ਪੱਧਰ ਤੇ, ਚਾਹੇ ਵਪਾਰਕ ਤੌਰ ਤੇ ਚਾਹੇ ਹੈਲਪ ਦੇ ਤੌਰ ਤੇ, ਜੋ ਵੀ ਉਹਨਾਂ ਨੇ ਆਪਣੀ ਕ੍ਰੈਡਿਟ ਲਾਈਨਸ ਕਰਕੇ ਯੂਜ਼ 1 ਮਿਲੀਅਨ ਉਹਨਾਂ ਨੇ ਮਾਸਕ ਉੱਥੋਂ ਚਾਈਨਾ ਤੋਂ ਆਰਡਰ ਕੀਤਾ, ਪ੍ਰਾਈਵੇਟ ਕੰਪਨੀ ਤੋਂ। ਅੱਛਾ, ਉੱਥੋਂ ਜਿਹੜਾ ਕੰਪਨੀ ਦੇ ਵਿੱਚੋਂ ਮੈਨੂਫੈਕਚਰਿੰਗ ਕੰਪਨੀ ਉੱਥੋਂ ਚੱਲ ਪਿਆ, 에ਅਰਪੋਰਟ ਤੱਕ ਵੀ ਆ ਗਿਆ ਚਾਈਨਾ 'ਚ। ਉਦੋਂ ਅੱਗੇ ਉਹ ਜਹਾਜ਼ 'ਚ ਨਹੀਂ ਚੜਿਆ। ਅੱਛਾ ਜੀ, ਉਹ ਅੱਜ ਤੱਕ ਨਹੀਂ ਪਤਾ ਵੀ ਉਹ ਸ਼ਿਪਮੈਂਟ ਕਿੱਥੇ ਆ। ਔਰ ਉਸੇ ਡਾਕਟਰ ਜੋੜੇ ਨੂੰ 4 ਦਿਨ ਬਾਅਦ ਆਫਰਸ ਆਉਣ ਲੱਗ ਗਈਆਂ ਵੀ ਜਿਹੜੇ ਮਾਸਕ ਤੁਸੀਂ ਫਰਜ਼ ਕਰੋ $1 ਦਾ ਖਰੀਦਿਆ ਵੀ ਅਸੀਂ ਤੁਹਾਨੂੰ $4 ਦਾ ਦਿੰਦੇ ਹਾਂ। ਠੀਕ ਹੈ। ਸੋ ਪਹਿਲਾਂ ਤੁਸੀਂ ਇੱਥੋਂ ਦਾਨ ਭੇਜਦੇ ਹੋ, ਫਿਰ ਤੁਸੀਂ ਉੱਥੋਂ ਮੰਗਵਾਉਂਦੇ ਹੋ ਮਹਿੰਗੇ ਭਾਅ ਤੇ, ਫਿਰ ਉਹਨਾਂ ਤੇ ਦੋਸ਼ ਲੱਗਦਾ ਜੀ ਉਹ ਲੋ ਕੁਆਲਿਟੀ ਦੇ ਨੇ। ਫਿਰ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੂੰ ਸਾੜਨਾ ਪੈ ਗਿਆ। ਹਾਂਜੀ। ਸੋ ਇਹ ਗੱਲਾਂ ਜਿਹੜੀਆਂ ਨੇ ਇੱਥੇ ਇੱਕ ਚੁਕੰਨੇ ਹੋਣ ਦੀ ਜ਼ਰੂਰਤ ਹੈ, ਕਿਉਂਕਿ ਜਿਵੇਂ ਜਿਵੇਂ ਦੁਨੀਆ ਤੇਜ਼ੀ ਨਾਲ ਵੱਧ ਰਹੀ ਹੈ, ਬਿਮਾਰੀਆਂ ਵੀ ਵੱਧ ਰਹੀਆਂ ਨੇ। ਅਸੀਂ ਦੇਖ ਹੀ ਰਹੇ ਹਾਂ ਹਰ ਸਾਲ ਦਾ, ਹਰ 2 ਸਾਲ ਬਾਅਦ ਕੋਈ ਨਾ ਕੋਈ ਫਲੂ ਸਾਨੂੰ ਆਣ ਕੇ ਘੇਰਦਾ। ਔਰ ਸ਼ਾਇਦ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਤਾਂ ਪਹਿਲੀ ਵਾਰ ਵੀ ਜਦੋਂ ਪੂਰੀ ਦੁਨੀਆ ਰੁਕ ਗਈ ਹੋਵੇ, ਇੱਕਦਮ ਸਾਰਾ ਕੁਝ ਖੜ ਗਿਆ ਹੋਵੇ। ਹਾਂਜੀ। ਔਰ ਬਾਕੀ ਇਹ ਗੱਲ ਜ਼ਰੂਰ ਹੈ ਕਿ ਇਸ ਦੇ ਵਿੱਚ ਬਹੁਤ ਕੁਝ ਚੇਂਜ ਵੀ ਹੋਣਾ, ਔਰ ਸਰਕਾਰਾਂ ਦੀ ਸੋਚ ਵੀ ਚੇਂਜ ਹੋਣੀ ਹੈ, ਲੋਕਾਂ ਦੇ ਮਨ ਵੀ ਚੇਂਜ ਹੋਣੇ ਆ। ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਤੁਹਾਡੀ ਜ਼ਰੂਰਤ ਹੈ ਉਹ ਚਾਹੇ ਮਹਿੰਗੀ ਬਣੇ ਚਾਹੇ ਸਸਤੀ ਬਣੇ, ਉਹ ਤੁਹਾਡੇ ਹੀ ਮੁਲਕ ਦੇ ਵਿੱਚ ਬਣਨੀ ਚਾਹੀਦੀ। ਕਿਉਂਕਿ ਹੁਣ ਦੇਖ ਲਿਆ ਨਾ, ਜਿਹੜੇ ਖਾਸ ਕਰਕੇ ਜੋ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਇਹਨੂੰ ਇਹੀ ਕਿਹਾ ਜਾਂਦਾ ਜੀ ਇੱਕ ਵੇਅਰ ਹਾਊਸ ਕੰਟਰੀ ਹੈ, ਇੱਥੇ ਆਪਣੀ ਮੈਨੂਫੈਕਚਰਿੰਗ ਬਹੁਤ ਘੱਟ ਆ। ਮੋਸਟਲੀ ਜਿੰਨਾ ਵੀ ਹੁਣ ਸਮਾਨ ਜ਼ਿਆਦਾਤਰ ਚਾਈਨਾ ਤੋਂ ਆਉਂਦਾ ਜਾਂ ਹੋਰ ਮੁਲਕਾਂ ਤੋਂ ਆਉਂਦਾ। ਤਾਂ ਹੁਣ ਇਸ ਸਮੇਂ 'ਚ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਜੇ ਇੱਥੇ ਮੈਨੂਫੈਕਚਰਿੰਗ ਹੋਵੇ ਤਾਂ ਕਿੰਨੀ ਉਹਦੀ ਜ਼ਿਆਦਾ ਇੰਪੋਰਟੈਂਸ ਹੈ। ਕੁਝ ਗੱਲਾਂ ਤੇ ਮੈਂ ਬਹੁਤੇ ਖਰਚੇ ਜੇ ਸਰਕਾਰਾਂ ਸਾਰੇ ਕੰਮ ਕਰ ਨਹੀਂ ਸਕਦੀਆਂ, ਸੋਰਸਸ ਉਹਨਾਂ ਨੇ ਮੁਹੱਈਆ ਕਰਵਾਉਣੇ ਹੁੰਦੇ ਨੇ। ਪਰ ਸਾਡੀ ਮੈਨੂਫੈਕਚਰਿੰਗ ਇੰਡਸਟਰੀ ਹੈ ਜਿਹੜੀ ਉਹ ਪਿਛਲੇ 15-20 ਸਾਲ ਤੋਂ ਬਦਲ ਰਹੀ ਹੈ। ਬਿਲਕੁਲ। ਔਰ ਰੋਬੋਟਿਕਸ ਤੇ ਸਾਰਾ ਕੁਝ ਹੋ ਰਿਹਾ, ਮੈਨ ਪਾਵਰ ਦੀ ਲੋੜ ਨਹੀਂ ਹੈਗੀ। ਉਹ ਜੋ ਵੀ ਹੋਵੇ, ਪਰ ਜਿਹੜੀ ਸਰਕਾਰ ਹੀ ਦੱਸ ਸਕਦੀ ਹੈ ਕਿ ਸਾਨੂੰ ਇਹੋ ਜਿਹੀ ਇੰਡਸਟਰੀ ਚਾਹੀਦੀ ਹੈ। ਹੁਣ ਫਰਜ਼ ਕਰੋ ਵੀ ਹੁਣ ਲੱਖਾਂ ਕਰੋੜਾਂ ਮਾਸਕਾਂ ਦੀ ਜ਼ਰੂਰਤ ਹੈ, ਵੈਂਟੀਲੇਟਰਸ ਦੀ ਜ਼ਰੂਰਤ ਹੈ, ਔਰ ਜਿਹੜੇ ਆਊਟਫਿਟਸ ਨੇ ਜਿਹੜੇ ਡਾਕਟਰਸ ਨੇ ਪਾਉਣੇ ਉਹਨਾਂ ਦੀ ਜ਼ਰੂਰਤ ਹੈ। ਔਰ ਹੋਣ ਤੋਂ ਬਾਅਦ ਸੱਪ ਲੰਘ ਗਿਆ, ਹੁਣ ਲਕੀਰ ਪੁੱਟਣ ਦਾ ਫਾਇਦਾ ਨਹੀਂ ਹੈ ਕਿ ਅੱਗੇ ਤੋਂ ਵੀ ਚਲੋ ਜਿਹੜਾ ਲੰਘ ਗਿਆ, ਇਹਦਾ ਤਾਂ ਖਮਿਆਜ਼ਾ ਜਿਹੜਾ ਸਰਕਾਰਾਂ ਨੇ, ਪਾਰਟੀਆਂ ਨੇ, ਉਹ ਇਲੈਕਸ਼ਨ ਦੇ ਵਿੱਚ ਪਤਾ ਲੱਗੂਗਾ। ਅੱਛਾ, ਇੱਕ ਗੱਲ ਕਰੀਏ, ਕਿਉਂਕਿ ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਾਂ ਕਾਫੀ ਖਬਰਾਂ ਦੇ ਵਿੱਚ ਨੇ। ਇਹ ਜਦੋਂ ਤੋਂ ਇਹ ਜਿਹੜਾ ਪੈਂਡੈਮਿਕ ਸ਼ੁਰੂ ਹੋਇਆ, ਤੁਸੀਂ ਕੀ ਸਮਝਦੇ ਹੋ ਜਿਹੜੇ ਆਪਣੇ ਆਪੋਜੀਸ਼ਨ ਲੀਡਰ ਨੇ, ਜਿਹੜੀ ਹੁਣ ਵਿਰੋਧੀ ਪਾਰਟੀ ਆ ਸੰਸਦ ਦੇ ਵਿੱਚ, ਐਂਡਰੂ ਸ਼ੀਅਰ ਕੰਜ਼ਰਵੇਟਿਵ ਦੇ ਤੇ NDP ਦੇ ਜਗਮੀਤ ਸਿੰਘ, ਇਹ ਸ਼ੁਰੂਆਤੀ ਤੌਰ ਤੇ ਇਹਨਾਂ ਦਾ ਕੋਈ ਬਿਆਨ ਨਹੀਂ ਸੀ, ਇੱਕ ਤਰ੍ਹਾਂ ਦੀ ਜਿਹੜੀ ਚੁੱਪ ਗੜੁੱਪ ਇਹਨਾਂ ਨੇ ਵਰਤੀ ਸੀਗੀ। ਤੁਸੀਂ ਕੀ ਸਮਝਦੇ ਹੋ, ਕਿਸ ਤਰ੍ਹਾਂ ਦਾ ਇਹਨਾਂ ਦਾ, ਤੁਹਾਡੇ ਕੀ ਵਿਚਾਰ ਨੇ? ਪਹਿਲੀ ਗੱਲ ਤਾਂ ਜੀ ਮੈਂ ਕਹੂੰਗਾ ਜਿਹੜੀ ਘੱਟ ਗਿਣਤੀ ਸਰਕਾਰ ਹੈ, ਇਸ ਦੇ ਵਿੱਚ ਜਿੰਨਾ ਰੋਲ ਲਿਬਰਲ ਪਾਰਟੀ ਦੀ ਸਰਕਾਰ ਦਾ ਜਾਂ ਜਸਟਿਨ ਟਰੂਡੋ ਦੀ ਸਰਕਾਰ ਦਾ, ਓਨਾ ਹੀ ਰੋਲ ਆਪੋਜੀਸ਼ਨਸ ਦਾ, ਤਿੰਨਾਂ ਪਾਰਟੀਆਂ ਦਾ। ਬਿਲਕੁਲ। 4 ਨੇ ਖੈਰ ਗ੍ਰੀਨ ਪਾਰਟੀ ਨੂੰ ਮਿਲਾ ਕੇ, ਪਰ ਕਿਉਂਕਿ ਗ੍ਰੀਨ ਪਾਰਟੀ ਦੇ ਥੋੜੇ MPs ਨੇ
ਤੇ ਕੋਈ ਵੀ ਬਿੱਲ ਪਾਸ ਕਰਨ ਲਈ ਕਿਸੇ ਇੱਕ ਪਾਰਟੀ ਦਾ ਬਿੱਲ ਟੂ ਬਿੱਲ ਇਹਨਾਂ ਨੂੰ ਸਪੋਰਟ ਚਾਹੀਦੀ ਹੈ ਜਸਟਿਨ ਟਰੂਡੋ ਨੂੰ। ਬਹੁਤ ਸਾਰੀਆਂ ਗੱਲਾਂ ਨੇ ਜਦੋਂ ਲੋਕ ਧਿਆਨ ਨਹੀਂ ਦਿੰਦੇ, ਜਦੋਂ ਕਿ ਸਰਕਾਰਾਂ ਐਲਾਨ ਕਰਦੀਆਂ ਨੇ, ਉਦੋਂ ਲੋਕਾਂ ਨੂੰ ਸਿਰਫ ਉਹੀ ਦਿਸਦਾ ਹੁੰਦਾ ਕਿ ਸਾਨੂੰ ਕੀ ਚੀਜ਼ ਦੀ ਜ਼ਰੂਰਤ ਹੈ। ਔਰ ਜਿਹੜੀ ਚੱਲਦੀ ਚੀਜ਼ ਕਹੀ ਹੈ ਵੀ ਕਿਸ ਤਰ੍ਹਾਂ ਹੁਣ ਤੱਕ ਚੱਲ ਰਿਹਾ, ਮੈਂ ਕਹੂੰਗਾ ਵੀ 50-50 ਜਸਟਿਨ ਟਰੂਡੋ ਨੇ ਕੰਮ ਕੀਤਾ। 50% ਗਲਤ ਵੀ ਹੈ, 50% ਸਹੀ ਵੀ ਹੈ। ਔਰ ਇਸ ਦੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਨਤੀਜੇ ਤਾਂ ਬਾਅਦ ਦੇ ਵਿੱਚ ਹੀ ਪਤਾ ਚੱਲਦੇ ਹੁੰਦੇ। ਮੌਕੇ ਦੀ ਮੌਕੇ ਹਰ ਇਨਸਾਨ ਚੰਗਾ ਮਾੜਾ ਆਪਣੇ ਹਿਸਾਬ ਦੇ ਨਾਲ ਵੇਖਦਾ, ਜੋ ਉਸ ਨੂੰ ਪਹਿਲਾਂ ਸਾਹਮਣੇ ਦਿਸਦਾ ਉਸ 'ਤੇ ਧਿਆਨ ਦਿੰਦਾ। ਪਰ ਉਸ ਦੇ ਦੂਰ ਅੰਦੇਸ਼ੀ ਸਿੱਟੇ ਆ ਜਿਹੜੇ, ਉਹ ਕਿੱਧਰ ਨੂੰ ਗਏ, ਕਿਸ ਪਾਸੇ ਨੂੰ ਇਕੋਨਮੀ ਜਾ ਰਹੀ ਹੈ, ਕਿਸ ਪਾਸੇ ਨੂੰ ਜਿਹੜੇ ਬੈਨੀਫਿਟਸ ਰੋਜ਼ ਅਨਾਊਂਸ ਹੁੰਦੇ ਨੇ ਉਹਨਾਂ ਦਾ ਅੱਜ ਸਾਨੂੰ ਜ਼ਰੂਰਤ ਆ, ਜਿਹਨਾਂ ਜ਼ਰੂਰਤਮੰਦਾਂ ਨੂੰ ਉਹ ਜ਼ਰੂਰਤ ਜਿਹੜੀ ਲੋੜ ਆ ਪੂਰੀ ਹੋ ਗਈ ਉਹਨਾਂ ਲਈ ਠੀਕ ਹੈ। ਕਈ ਇਹੋ ਜਿਹੇ ਨੇ ਕਿ ਸਾਰੇ ਪਾਸਿਓਂ ਵੀ ਰਹਿ ਗਏ, ਉਹਨਾਂ ਵਾਸਤੇ ਹਲੇ ਰੋਜ਼ ਦੀ ਰੋਜ਼ ਜਿਹੜੀਆਂ ਤਿਆਰੀਆਂ ਨੇ ਜਾਂ ਅਨਾਊਂਸ ਕੀਤੀਆਂ ਜਾ ਰਹੀਆਂ ਨੇ। ਪਰ ਜਿਹੜੇ ਸਵਾਲ ਤੁਹਾਡਾ ਇਹ ਹੈਗਾ ਕਿ ਚੱਲਦੇ ਤੇ ਬਹੁਤ ਸਾਰੀਆਂ ਅਨਾਊਂਸਮੈਂਟਸ ਹੋ ਜਾਂਦੀਆਂ ਰਹੀਆਂ, ਪਰ ਉਸ ਨੂੰ ਲਾਗੂ ਕਿਵੇਂ ਕਰਨਾ, ਉਹ ਕਈ ਦਿਨ ਕਈ ਹਫ਼ਤੇ ਲੱਗਦੇ ਰਹੇ ਉਹਦੇ 'ਚ, ਤੇ ਹਲੇ ਵੀ ਲੱਗ ਰਹੇ ਨੇ। ਪਰ ਆਪੋਜੀਸ਼ਨ ਪਾਰਟੀਜ਼ ਨੇ ਕੋਈ ਸਾਰਥਿਕ ਭੂਮਿਕਾ ਨਹੀਂ ਨਿਭਾਈ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈਏ, ਉਸ ਤੋਂ ਬਾਅਦ ਫਿਰ ਇਸ ਵਿਸ਼ੇ 'ਤੇ ਚਰਚਾ ਜਾਰੀ ਰੱਖਾਂਗੇ। ਤੁਸੀਂ ਦੇਖ ਰਹੇ ਹੋ ਸਟਾਰ ਟਾਕ ਸ਼ੋਅ ਤੇ ਪੰਜਾਬ ਸਟਾਰ TV। ਇਸੇ ਤਰ੍ਹਾਂ ਹੀ ਬਣੇ ਰਹੋ ਸਾਡੇ ਨਾਲ। ਇੱਕ ਛੋਟੀ ਜਿਹੀ ਬ੍ਰੇਕ, ਫਿਰ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰ ਤੁਹਾਡਾ ਸਵਾਗਤ ਹੈ ਜੀ ਸਟਾਰ ਟਾਕ ਵਿੱਚ। ਮੇਰੇ ਨਾਲ ਅੱਜ ਚਰਚਾ ਵਿੱਚ ਸ਼ਾਮਲ ਨੇ ਸ਼ਮਸ਼ੇਰ ਸਿੰਘ ਗਿੱਲ, ਬਰੈਂਪਟਨ ਰੇਡੀਓ ਤੋਂ, ਪ੍ਰੋਡਿਊਸਰ ਐਂਡ ਹੋਸਟ ਨੇ ਬਰੈਂਪਟਨ ਰੇਡੀਓ ਦੇ। ਅੱਛਾ ਗਿੱਲ ਸਾਹਿਬ, ਜਿਵੇਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ, ਆਪੋਜੀਸ਼ਨ ਪਾਰਟੀ ਦਾ ਵੀ ਕਾਫੀ ਜਿਹੜਾ ਉਹਨਾਂ ਦਾ ਰਿਸਪੌਂਸ ਕਾਫੀ ਨਕਾਰਾਤਮਕ ਰਿਹਾ। ਇਹ ਜਦੋਂ ਤਾਂ ਇਹ ਪੈਂਡੈਮਿਕ ਹੋਇਆ, ਇਹ ਵੀ ਖਬਰਾਂ ਆ ਰਹੀਆਂ ਨੇ ਵੀ ਜਿਹੜੇ ਜਸਟਿਨ ਟਰੂਡੋ ਦੀ ਪੋਪੂਲੈਰਿਟੀ ਆ ਉਹ ਕਾਫੀ ਉੱਪਰ ਚਲੇ ਗਈ ਹੈ। ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਉਹਨੂੰ? ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਹੀ ਜਿੰਨੇ ਫਰੰਟ ਲਾਈਨ 'ਤੇ ਆ ਕੇ ਲੀਡਰ ਨੇ ਜਾਂ ਦੇਸ਼ ਦੇ ਜਾਂ ਸੂਬਿਆਂ ਦੇ ਮੁਖੀ ਨੇ, ਉਹ ਰੋਜ਼ ਲੋਕਾਂ ਦੇ ਸਾਹਮਣੇ ਆਉਂਦੇ ਨੇ ਔਰ ਆ ਕੇ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਰਨੀ ਹੈ ਕਿ ਤੁਹਾਨੂੰ ਅੱਜ ਆਹ ਦੇ ਰਹੇ ਹਾਂ। ਅੱਜ ਸਟੂਡੈਂਟਸ ਲਈ ਹੈ, ਅੱਜ ਆਮ ਲੋਕਾਂ ਲਈ ਹੈ, ਅੱਜ ਜਿਹੜੇ ਬਿਜ਼ਨੈਸਿਸ ਲਈ ਹੈ, ਕੱਲ੍ਹ ਨੂੰ ਸੀਨੀਅਰਸ ਲਈ ਹੈ। ਸੋ ਜਦੋਂ ਤੁਹਾਡਾ ਉਹਨਾਂ ਦਾ ਚਿਹਰਾ ਤੁਸੀਂ ਰੋਜ਼ ਦੇਖਦੇ ਹੋ, ਕੋਈ ਇੱਕ ਪੋਜ਼ਿਟਿਵ ਨਿਊਜ਼ ਦਿੰਦੇ ਹੋ ਸੰਕਟ ਦੇ ਸਮੇਂ ਲੋਕਾਂ ਨੂੰ, ਉਦੋਂ ਫਿਰ ਉਹ ਆਟੋਮੈਟਿਕਲੀ ਬੰਦਾ ਤੁਹਾਨੂੰ ਚੰਗਾ ਲੱਗਦਾ, ਤੁਹਾਡੇ ਮਨਾਂ ਦੇ ਵਿੱਚ ਉਹ ਘਰ ਕਰ ਜਾਂਦਾ। ਰੋਜ਼ ਹੀ ਹੁਣ ਮੈਂ ਤੁਹਾਨੂੰ ਦੇਖਣਾ ਹੀ ਤੁਹਾਨੂੰ ਆ ਤੇ ਮੇਰਾ ਆਸੇ ਪਾਸੇ ਕਿਸੇ ਪਾਸੇ ਧਿਆਨ ਜਾਣਾ ਹੀ ਨਹੀਂ। ਤੇ ਮੈਂ ਓਬਵੀਅਸਲੀ ਜਦੋਂ ਤੁਸੀਂ ਮੈਨੂੰ ਪੁੱਛੋਗੇ ਵੀ ਕਿਵੇਂ ਲੱਗਿਆ, ਜਾਂ ਕੋਈ ਪੁੱਛੂ ਸਿਮਰਤ ਜੀ ਬਾਰੇ ਤੁਹਾਨੂੰ ਕਿਵੇਂ ਲੱਗਿਆ, ਮੈਂ ਠੀਕ ਆ ਜੀ, ਗੱਲ ਤਾਂ ਵਧੀਆ ਕੀਤੀ ਹੈ। ਪਰ ਇਹ ਜਿਹੜੇ ਕੰਮ ਨੇ ਇਹ ਮੇਰੇ ਖਿਆਲ ਟਾਈਮਲੀ ਹੁੰਦੇ ਨੇ, ਮਤਲਬ ਸਮੇਂ ਉਸ ਸਮੇਂ ਤੱਕ ਹੀ ਸੀਮਤ ਹੁੰਦੇ ਨੇ। ਜੇ ਕਹੀਏ ਵੀ ਪੋਪੂਲੈਰਿਟੀ ਇਹ ਅਗਲੀਆਂ ਇਲੈਕਸ਼ਨਸ ਤੱਕ ਬਣੀ ਰਹੂਗੀ, ਉਦੋਂ ਤੱਕ ਤੁਹਾਨੂੰ ਮੈਂ ਯਾਦ ਕਰਾ ਦਿਆਂ ਕਿ 1995 ਦੇ ਵਿੱਚ ਰਿਸੈਸ਼ਨ ਦਾ ਟਾਈਮ ਸੀ ਔਰ ਉਸੇ ਵਕਤ ਹੀ ਰੈਫਰੈਂਡਮ ਹੋਇਆ ਸੀ ਕੁਬੈਕ ਦੇ ਵਿੱਚ ਵੀ ਅੱਡ ਹੋਣਾ, ਜਿਹੜੀ ਸੈਪਰੇਟਿਸਟ ਪਾਰਟੀ ਸੀ। ਔਰ 49-51 ਦੇ ਫਰਕ ਦੇ ਨਾਲ ਕਿਊਬੈਕ ਹਾਰ ਗਿਆ ਸੀ। ਔਰ ਉਸ ਤੋਂ ਬਾਅਦ ਕ੍ਰਿਸਚੀਅਨ ਦੀ ਗਵਰਨਮੈਂਟ ਸੀ, ਉਸ ਤੋਂ ਬਾਅਦ ਪੌਲ ਮਾਰਟਨ ਦੀ ਇੱਕ ਵਾਰ ਮਿਨੋਰਿਟੀ ਗਵਰਨਮੈਂਟ ਬਣੀ ਔਰ ਸਪਾਂਸਰਸ਼ਿਪ ਸਕੈਂਡਲ ਨਿਕਲਿਆ ਸੀ ਪੌਲ ਮਾਰਟਨ ਦੇ ਸਮੇਂ। ਹਾਂ, ਉਸ ਵਕਤ ਜਿਹੜੀ ਲਿਬਰਲ ਪਾਰਟੀ ਦੀ ਬਹੁਤ ਪੋਪੂਲੈਰਿਟੀ ਅੱਪ ਚਲੀ ਗਈ ਸੀ ਵੀ ਇਹਨਾਂ ਨੇ ਦੇਸ਼ ਨੂੰ ਬਚਾ ਲਿਆ, ਵੀ ਏਕਤਾ ਬਣਾਈ ਰੱਖੀ ਹੈ। ਪਰ ਉਸ ਦੇ ਅੰਡਰ ਜੋ ਕੁਝ ਹੋਇਆ, ਫਿਰ ਉਸ ਦੇ ਵਿੱਚ ਕੁਝ ਬੰਦੇ ਕਨਵਿਕਟ ਵੀ ਹੋਏ, ਤੇ ਉਹ ਮੇਰਾ ਖਿਆਲ ਇੱਕ ਮੇਨ ਰੀਜ਼ਨ ਸੀ ਜਦੋਂ ਲਿਬਰਲ ਪਾਰਟੀ ਪਾਵਰ ਤੋਂ ਬਾਹਰ ਹੋ ਗਈ ਸੀ ਤੇ ਕੰਜ਼ਰਵੇਟਿਵ ਦੀ ਮਿਨੋਰਿਟੀ ਗਵਰਨਮੈਂਟ ਆ ਗਈ ਸੀ ਸਟੀਫਨ ਹਾਰਪਰ ਦੀ। ਠੀਕ ਹੈ। ਸੋ ਜਿਹੜੀਆਂ ਪੋਪੂਲੈਰਿਟੀ ਆ, ਇਹ ਅੱਜ ਡਗ ਫੋਰਡ ਦੀ ਵੀ ਪੋਪੂਲੈਰਿਟੀ ਅਪ ਹੈ। ਅੱਜ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਾਰਾ ਪੰਜਾਬ ਤੇ ਪੰਜਾਬੀ ਬਾਹਰ ਬੈਠੇ ਵੀ ਗਾਲਾਂ ਕੱਢਦੇ ਸੀ, ਅੱਜ ਉਹ ਵੀ ਕਹਿ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਵਧੀਆ ਸਾਂਭਿਆ। ਔਰ ਦੁਨੀਆ ਕਹਿ ਰਹੀ ਹੈ ਕਿ ਨਰਿੰਦਰ ਮੋਦੀ ਨੇ ਭਾਰਤ ਦੇ ਵਿੱਚ ਲਾਕਡਾਊਨ ਸਮੇਂ ਸਿਰ ਕਰਕੇ ਉਹਨਾਂ ਨੇ ਬੜਾ ਵਧੀਆ ਕੀਤਾ। ਉਹਨੇ ਤਾਂ WHO ਤੱਕ ਸ਼ਲਾਘਾ ਹੋਈ। ਇਹ ਹੁਣ ਮੁੱਦਾ ਹੀ ਸਿਰਫ ਕੋਵਿਡ-19 ਦਾ, ਇੱਥੇ ਤੁਸੀਂ ਸੁਣਦੇ ਹੀ ਉਹਨਾਂ ਨੂੰ। ਸੋ ਇਹ ਇੱਕ ਕਾਰਨ ਹੈ ਕਿ ਉਹਨਾਂ ਦੀ ਜਿਹੜੀ ਮਕਬੂਲੀਅਤ ਆ ਉਹ ਉੱਪਰ ਹੈ। ਅੱਛਾ, ਜਿਵੇਂ ਆਪਾਂ ਹੁਣ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਕੇਸ ਕੈਨੇਡਾ ਵਿੱਚ ਅਜੇ ਵੀ ਵੱਧ ਰਹੇ ਨੇ, ਖਾਸ ਕਰਕੇ ontario ਦੇ ਵਿੱਚ, ਕਿਊਬੈਕ ਦੇ ਵਿੱਚ ਲਗਾਤਾਰ ਕੇਸਾਂ ਦੀ ਫਲਕਚੁਏਟ ਹੋ ਰਹੇ ਆ। ਤੇ ਪਰ ਇਹਦੇ ਚੱਲਦਿਆਂ ਹੀ ਬਹੁਤ ਸਾਰੇ ਜਿਹੜੇ ਜਿੱਥੇ ਬਹੁਤ ਘੱਟ ਕੇਸ ਨੇ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਆਪਣੀ ਇਕਨੋਮੀ ਆ ਰੀਓਪਨ ਕਰਨੀ ਹੈ। ਤੇ ਨਾਲ ਹੀ ਹੁਣ ontario ਵਾਲੀ ਸਰਕਾਰ, ontario ਦੇ ਵਿੱਚ ਵੀ ਕਰ ਰਹੀ ਹੈ ਸਰਕਾਰ ਵੀ ਅਸੀਂ ਵੀ ਰੀਓਪਨ ਕਰਾਂਗੇ, ਪਰ ਡੇਟ ਭਾਵੇਂ ਅਜੇ ਨਹੀਂ ਅਨਾਊਂਸ ਕੀਤੀ। ਤੁਸੀਂ ਕੀ ਸਮਝਦੇ ਹੋ ਵੀ ਇਹ ਜੇ ਇੱਕ ਅੱਧੇ ਵੀਕ 'ਚ ਕਰਦੇ ਨੇ ਤੇ ਵੀ ਸਹੀ ਟਾਈਮ ਹੈ? ਦੇਖੋ ਜੀ, ਇੱਥੇ ਮੈਂ ਸਮਝਦਾ ਕਿ ਕੁਝ ਪੋਲੀਟੀਸ਼ੀਅਨਸ ਦੀ ਮਜਬੂਰੀ ਵੀ ਹੈ, ਕਿਉਂਕਿ ਉਹਨਾਂ ਨੇ ਲੋਕਾਂ ਦੀ ਨਬਜ਼ ਦੇਖਣੀ ਹੈ। ਹੁਣ ਪਹਿਲੇ 2 ਹਫ਼ਤੇ 3 ਹਫ਼ਤੇ ਲੋਕ ਡਰ ਗਏ ਸੀ ਬਈ ਇਹ ਘਰ ਵੀ ਆ ਸਕਦੀ ਹੈ, ਕਿਤੋਂ ਵੀ ਆ ਸਕਦੀ ਹੈ। ਫਿਰ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਆ ਸਕਦੀ ਹੈ, ਪਰ ਇਹਦਾ ਜਿਹੜਾ ਨੁਕਸਾਨ ਹੈ
ਉਹ ਕਿਹਨੂੰ ਜ਼ਿਆਦਾ ਹੈ। ਉਹਦੇ 'ਚ ਫਿਰ ਲੋਕਾਂ ਨੇ ਇਹ ਵੀ ਵੇਖਿਆ ਵੀ ਜਿਵੇਂ ਹੁਣ ਇੰਟੀਰੀਅਰ ਦੇ ਵਿੱਚ ਆ ਤਕਰੀਬਨ ਅੱਧੀਆਂ ਮੌਤਾਂ ਨੇ ਜਿਹੜੀਆਂ ਉਹ ਸੀਨੀਅਰਸ ਹੋਮਸ ਦੇ ਵਿੱਚ ਲੌਂਗ ਟਰਮ ਕੇਅਰਸ ਦੇ ਵਿੱਚ ਹੋਈਆਂ, ਤੇ ਜਿਹੜੀਆਂ ਬਾਹਰ ਵੀ ਮੌਤਾਂ ਹੋਈਆਂ ਨੇ ਉਹ ਵੀ ਵੱਡੀ ਤਕਰੀਬਨ 60 ਸਾਲ ਦੀ ਉਮਰ ਤੋਂ ਉੱਪਰ ਨੇ। ਸੋ ਜਿਵੇਂ ਕਿਊਬਿਕ ਨੇ ਪਹਿਲਾਂ ਅਨਾਉਂਸ ਕੀਤਾ ਸੀ ਕਿ ਅਸੀਂ ਖੋਲ੍ਹਣ ਬਾਰੇ ਸੋਚ ਰਹੇ ਹਾਂ, ਉਹਨਾਂ ਦਾ ਪਹਿਲਾਂ ਹੀ ਇਹ ਸੀਗਾ ਵੀ ਜੇ ਸਾਨੂੰ ਕਿਊਬਿਕ ਦੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ ਹਲੇ 60 ਤੋਂ ਥੱਲੇ ਆ, ਉਹ ਸਾਨੂੰ ਇੰਨਾ ਕੁ ਭਰੋਸਾ ਦੇ ਦੇਣ ਕਿ ਉਹ ਜਿੱਥੇ ਵੀ ਬਜ਼ੁਰਗ ਲੋਕ ਨੇ ਉਹਨਾਂ ਕੋਲੇ ਨਹੀਂ ਜਾਣਗੇ, ਤੇ ਅਸੀਂ ਸੋਚ ਸਕਦੇ ਹਾਂ ਕਿ ਜਿਹੜੇ ਉਹਨਾਂ ਦੇ ਕੰਮਕਾਰ ਹੈ ਉਹ ਖੋਲ੍ਹ ਦਿੱਤੇ ਜਾਣ। ਦੂਸਰਾ ਇਹ ਹੈ ਕਿ ਲੋਕਾਂ ਨੂੰ ਵੀ ਲੱਗਣ ਲੱਗ ਗਿਆ ਵੀ ਹੁਣ ਸਾਨੂੰ ਸਭ ਕੁਝ ਪਤਾ ਲੱਗ ਗਿਆ। ਲੋਕਾਂ ਦੇ ਅੰਦਰ ਇੱਕ ਨਹੀਂ ਤਰਲੋ ਮੱਛੀ ਜੀ ਹੋਈ ਪਈ ਹੈ ਕਿ ਜੀ ਹੁਣ ਨਿਕਲੀਏ ਬਾਹਰ, ਹੁਣ ਨਹੀਂ ਕੁਛ ਹੁੰਦਾ। ਹੁਣ ਤੁਸੀਂ ਦੇਖੋ ਪਿਛਲੇ 2-3 ਦਿਨ ਤੋਂ ਜਦੋਂ ਤੋਂ ਇਹ ਗੱਲ ਹੋਣ ਲੱਗੀ ਵੀ ਅਸੀਂ ਖੋਲ੍ਹ ਲੈਣੀ ਇਕਨੋਮੀ, ਉਦੋਂ ਤੋਂ ਸੜਕਾਂ ਤੇ ਭੀੜ ਵਧਣ ਲੱਗ ਗਈ। ਨਹੀਂ ਤਾਂ ਇੱਕ ਟਾਈਮ ਸੀਗਾ ਜਦੋਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜਿਵੇਂ 5% ਟ੍ਰੈਫਿਕ ਆਮ ਨਾਲੋਂ ਹੁੰਦਾ ਸੀ। ਸੋ ਇਹ ਦੋਵੇਂ ਪਾਸੇ ਹੀ, ਔਰ ਸਰਕਾਰਾਂ ਵੀ ਚਾਹੁੰਦੀਆਂ ਕਿ ਇੰਨਾ ਲੰਬਾ ਸਮਾਂ ਕਿੰਨੇ ਕੁ ਬੈਨੀਫਿਟਸ ਦੇਈ ਜਾਵਾਂਗੇ ਔਰ ਕਿੰਨਾ ਲੰਬਾ ਸਮਾਂ ਇਹਨੂੰ ਚਲਾਈ ਜਾਵਾਂਗੇ। ਇੱਕ ਵਾਰੀ ਰਿਸਕ ਤਾਂ ਲੈਣਾ ਹੀ ਪੈਣਾ, ਔਰ ਹੋ ਸਕਦਾ ਕਿ ਜਦੋਂ ਰੀਓਪਨ ਕਰਨ ਇੱਕ ਵਾਰੀ ਫੇਰ ਕੇਸਾਂ ਦੀ ਜਿਹੜੀ ਗਿਣਤੀ ਉੱਪਰ ਜਾਵੇ, ਤੇ ਉਸ ਤੋਂ ਬਾਅਦ ਜਿਹੜੀ ਕੱਲ ਇਹਨਾਂ ਨੇ ਫੈਡਰਲ ਤੇ ਜਿਹੜੇ ਪ੍ਰੋਵਿੰਸਸ ਦੀ ਮੀਟਿੰਗ ਸੀ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਦੀ, ਉਹਦੇ ਵਿੱਚ ਇਹਨਾਂ ਨੇ ਸਾਂਝੀ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਜਦੋਂ ਖੋਲ੍ਹਣਾ ਹੈ ਉਦੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਫੁੱਲ ਕੈਪੈਸਿਟੀ ਤੇ ਜਿਹੜੇ ਸਾਡੇ ਹਸਪਤਾਲ ਹੋਣੇ ਚਾਹੀਦੇ ਨੇ, ਉੱਥੇ ਜਿਹੜੀ ਸਮਰੱਥਾ ਹੈ, ਵੈਂਟੀਲੇਟਰ ਚਾਹੀਦੇ ਨੇ ਜਾਂ ਫਿਰ ਬੈੱਡ ਨੇ ਜਾਂ ਫਿਰ ਸਾਰਾ ਸਮਾਨ ਪੂਰਾ ਹੋਣਾ ਚਾਹੀਦਾ। ਫਿਰ ਉਹਨਾਂ ਨੇ ਫੇਜ਼ਸ ਦੇ ਵਿੱਚ ਵੰਡਿਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੱਡੀਆਂ ਗੈਦਰਿੰਗਸ ਨੇ ਉਹ ਹੌਲੀ ਹੌਲੀ ਖੋਲ੍ਹੀਆਂ ਜਾਣਗੀਆਂ। ਜਿਹੜੇ ਜ਼ਰੂਰੀ ਕਾਰੋਬਾਰ ਨੇ, ਸਟੋਰ ਨੇ ਜਿਹੜੇ ਬੰਦ ਪਏ ਨੇ, ਜਾਂ ਕਰਬ ਸਾਈਟ ਤੇ ਪਿਕਅਪਸ ਨੇ, ਉਹਨਾਂ ਨੂੰ ਖੋਲ੍ਹ ਦਿਆਂਗੇ। ਉਹਨਾਂ ਨੂੰ ਅਸੀਂ ਗਾਈਡਲਾਈਨਸ ਦੇ ਦਿਆਂਗੇ ਵੀ ਇੰਨੇ ਕੁ ਬੰਦੇ ਤੁਸੀਂ ਅੰਦਰ ਲਿਜਾਣੇ ਨੇ ਤੇ ਇੰਨੇ ਕੁ ਤੁਸੀਂ ਬਾਹਰ ਲਾਈਨ ਅਪ ਕਰਕੇ ਰੱਖਣੇ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫੇਜ਼ਸ ਦੇ ਵਿੱਚ, ਔਰ ਮੈਨੂੰ ਲੱਗਦਾ ਕਿ ਇੰਟੀਰੀਅਰ ਦੇ ਵਿੱਚ ਸਕੂਲ ਜਿਹੜੇ ਆ ਉਹ, ਕਿਉਂਕਿ ਬੱਚਿਆਂ ਤੇ ਤੁਸੀਂ ਰਿਸਕ ਨਹੀਂ ਲੈ ਸਕਦੇ। ਜਦੋਂ ਬੱਚਾ ਬਿਮਾਰ ਹੁੰਦਾ ਉਦੋਂ ਫਿਰ ਸਰਕਾਰ ਨੂੰ ਵੀ ਖਮਿਆਜ਼ਾ ਭੁਗਤਣਾ ਪੈਂਦਾ, ਤੇ ਪੇਰੈਂਟਸ ਵੀ ਆ ਜਿਹੜੇ ਉਹ ਜ਼ਿਆਦਾ ਫਿਕਰਮੰਦ ਹੁੰਦੇ ਨੇ ਵੀ ਸਾਨੂੰ ਕੁਝ ਹੋ ਜਾਏ, ਸਾਡੇ ਬੱਚੇ ਨੂੰ ਨਾ ਹੋਵੇ। ਸੋ ਫਿਰ ਉਹ ਸਾਰੀ ਜਿਹੜੀ ਸਰਕਾਰ ਤੇ ਹੀ ਝਾੜਦਾ, ਉਹ ਜਿਹੜੇ ਰਿਸਕੀ ਫੈਕਟਰ ਨੇ, ਰਿਸਕੀ ਬਿਜ਼ਨਸਿਸ ਨੇ ਜਾਂ ਸੇਵਾਵਾਂ ਨੇ, ਉਹ ਸ਼ਾਇਦ ਹਾਲੇ ਦੂਰ ਦੀ ਗੱਲ ਹੈ। ਅੱਛਾ, ਆਪਾਂ ਜੇ ਇਕਨੋਮਿਕ ਪੈਕੇਜ ਦੀ ਗੱਲ ਕਰੀਏ, ਸਰਕਾਰ ਵੱਲੋਂ, ਫੈਡਰਲ ਸਰਕਾਰ ਵੱਲੋਂ ਕਾਫੀ ਵੱਡੇ ਪੱਧਰ ਤੇ ਜਿਹੜਾ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਤੇ ਬਿਨਾਂ ਸ਼ੱਕ ਜਿਹੜੀਆਂ ਪ੍ਰੋਵਿੰਸ਼ੀਅਲ ਗੌਰਮੈਂਟਸ ਨੇ ਉਹਨਾਂ ਵੀ ਆਪਣੇ ਹਿਸਾਬ ਨਾਲ ਆਪਣਾ ਹਿੱਸਾ ਪਾਇਆ। ਤੇ ਤੁਸੀਂ ਜਿਹੜਾ ਫੈਡਰਲ ਸਰਕਾਰ ਵੱਲੋਂ ਇਕਨੋਮਿਕ ਪੈਕੇਜ ਦਿੱਤਾ ਉਹਨੂੰ ਕਿਸ ਤਰ੍ਹਾਂ ਲੈਂਦੇ ਹੋ? ਵੀ ਸੈਟਿਸਫਾਈ ਨੇ ਲੋਕ ਇਸ ਤਰ੍ਹਾਂ? ਕਿਉਂਕਿ ਤੁਸੀਂ ਵੀ ਬਾਹਰ ਲੋਕਾਂ ਦੇ ਨਾਲ ਵਿਚਰਦੇ ਹੋ, ਜਦੋਂ ਰੇਡੀਓ ਤੇ ਵੀ ਗੱਲ ਕਰਦੇ ਹੋ, ਤੁਹਾਨੂੰ ਵੀ ਉਸ ਬਾਰੇ ਕੋਈ ਪ੍ਰਤੀਕਿਰਿਆ ਮਿਲਦੀ ਹੋਣੀ ਲੋਕਾਂ ਦੀ? ਗਰੇਵਾਲ ਸਾਹਿਬ, ਮੈਨੂੰ ਇਹ ਲੱਗਦਾ, ਜਿਹੜੀ ਮੇਰੀ ਆਪਣਾ ਪਰਸਨਲ ਓਪੀਨੀਅਨ ਹੈ, ਵੀ ਜਦੋਂ ਕੰਮਕਾਜ ਰੁਕੇ ਨੇ ਇੱਥੇ ਸਾਡੀ ਕੋਈ ਠੇਕਾ ਤਾਂ ਆਉਂਦਾ ਨਹੀਂ। ਹਾਂ, ਬਿਲਕੁਲ। ਇੱਥੇ ਤਾਂ ਅਸੀਂ ਕੰਮਕਾਜ ਕਰਦੇ ਹਾਂ, ਕਿਸੇ ਦਾ ਵੱਡਾ ਬਿਜ਼ਨਸ ਹੈ, ਕਿਸੇ ਦਾ ਛੋਟਾ, ਔਰ ਵੱਡੇ ਬਿਜ਼ਨਸ ਵੀ ਇਹਦੇ ਤਾਂ ਅਸਰ ਪਿਆ। ਕਿਉਂਕਿ ਜੇ ਹੁਣ ਫਰਜ਼ ਕਰੋ ਕਿਸੇ ਦੀ 200 ਦੀ 500 ਦੀ 1000 ਟਰੱਕਿੰਗ ਕੰਪਨੀ ਫਲੀਟ ਹੈ, ਤੇ ਉਹਦੇ ਡਰਾਈਵਰ ਨਹੀਂ ਗਏ, ਸੋ ਇਹਦਾ ਅਸਰ ਤਾਂ ਸਭ ਤੇ ਪਿਆ। ਔਰ ਜਿੱਥੋਂ ਤੱਕ ਪੈਕੇਜ ਦੀ ਗੱਲ ਹੈ, ਪੈਕੇਜ ਵੰਡਿਆ ਜਾ ਰਿਹਾ, ਔਰ ਤਕਰੀਬਨ $200 ਬਿਲੀਅਨ ਦੇ ਅਨਾਉਂਸਮੈਂਟਸ ਹੋ ਗਈਆਂ ਨੇ ਫੈਡਰਲ ਗਵਰਨਮੈਂਟ ਵੱਲੋਂ। ਹਾਂਜੀ, ਮੈਨੂੰ ਲੱਗਦਾ ਕਿ ਸੰਕਟ ਹੋਵੇ ਜਾਂ ਨਾ ਹੋਵੇ, ਸਰਕਾਰਾਂ ਕੋਲੇ ਜਿਵੇਂ ਰਾਹਤ ਫੰਡ ਇਹਨਾਂ ਕੋਲੇ ਹੁੰਦੇ ਨੇ, ਵੀ ਜੇ ਕੋਈ ਨੈਚੁਰਲ ਡਿਜ਼ਾਸਟਰ ਹੋਵੇ, ਕੋਈ ਐਮਰਜੈਂਸੀ ਹੋਵੇ, ਤਾਂ ਇਹਨਾਂ ਲਈ ਇੱਕ ਜ਼ਰੂਰੀ ਹੈ ਕਿ ਹਰ ਵਕਤ ਇੱਕ ਜਿਹੜਾ ਮਾਪਦੰਡ ਨੇ ਤਿਆਰ ਰਹਿਣੇ ਚਾਹੀਦੇ ਨੇ। ਕਿਉਂਕਿ ਸੈਂਸਸ ਹਰ 4-5 ਸਾਲ ਬਾਅਦ ਹੁੰਦਾ। ਬਿਲਕੁਲ। ਔਰ ਉਹ ਸੈਂਸਸ ਇਸੇ ਕਰਕੇ ਕਿਸੇ ਦੀ ਕਿੰਨੀ ਇਨਕਮ ਆ, ਕੌਣ ਕੀ ਕੰਮ ਕਰਦਾ, ਕਿੰਨੀ ਉਮਰ ਦੇ, ਕਿੱਥੇ ਰਹਿੰਦੇ ਨੇ, ਹਸਪੀਟਲਸ ਤੇ ਸਾਰਾ ਕੁਝ ਖਰਚਾ ਹੁੰਦਾ। ਜਦੋਂ ਤੁਹਾਨੂੰ ਇਹ ਮਾਪਦੰਡ ਤੁਹਾਡੇ ਕੋਲੇ ਹੈ ਨੇ, ਫਿਰ ਤੁਹਾਨੂੰ ਇਹ ਪਤਾ ਹੁੰਦਾ ਕਿ ਸਾਨੂੰ ਕਿੰਨਾ ਪੈਸਾ ਚਾਹੀਦਾ ਤੇ ਕਿਹਨੂੰ ਚਾਹੀਦਾ। ਹੁਣ ਜਿਹੜੇ ਬੈਨੀਫਿਟਸ, ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਨੇ ਜਿਹੜੇ 2 ਬੈਨੀਫਿਟਸ ਲਈ ਕੁਆਲੀਫਾਈ ਕਰਦੇ ਨੇ, ਤੇ ਕੁਝ ਇਹੋ ਜਿਹੇ ਬਹੁਤ ਸਾਰੇ ਰਹਿ ਗਏ ਨੇ ਜਿਹੜੇ ਇੱਕ ਲਈ ਵੀ ਨਹੀਂ ਕਰਦੇ। ਸੋ ਮੈਂ ਸਮਝਦਾ ਵੀ ਇਹ ਪਲੈਨਿੰਗ ਦੀ ਘਾਟ ਹੈ। ਕੋਈ ਇਹ ਨਹੀਂ ਹੈਗਾ ਜੀ ਸਾਡੀ ਪਲੈਨਿੰਗ ਇਸ ਕਰਕੇ ਨਹੀਂ ਕਰ ਸਕੇ ਜੀ, ਇੱਕੋ ਦਮ ਹੀ ਸਾਨੂੰ ਬਿਮਾਰੀ ਨੇ ਆਣ ਘੇਰਿਆ। ਉਹ ਬਿਮਾਰੀ ਤਾਂ ਕਦੋਂ ਵੀ ਆ ਸਕਦੀ ਹੈ। ਤਾਂ ਤੁਹਾਡੀ ਤਾਂ ਸਰਕਾਰ ਦਾ ਕੰਮ ਹੈ ਨਾ ਵੀ ਹਰ ਚੀਜ਼ ਲਈ ਪਲੈਨਿੰਗ ਤੁਹਾਡੀ ਔਨ ਟੇਬਲ ਚਾਹੀਦੀ ਹੈ। ਵੀ ਰਾਈਟ ਵੇ ਤੁਸੀਂ ਦੇਖੋ ਜੀ, ਆਹ ਜਿਹੜੇ ਵਲਨਰੇਬਲ ਨੇ, ਇੱਥੇ ਆਪਾਂ ਨੂੰ ਆਹ ਚਾਹੀਦਾ, ਇੰਨਾ ਪੈਸਾ ਚਾਹੀਦਾ। ਫਿਰ ਉੱਥੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉੱਥੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਸਰਕਾਰ ਸਹੀ ਕੰਮ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਪੈਕੇਜ, ਨੋ ਡਾਊਟ ਕਾਫੀ ਵੱਡੇ ਪੱਧਰ ਤੇ ਜਿਹੜੇ ਪੈਸੇ ਵੰਡੇ ਗਏ ਨੇ, ਇਹਦੇ 'ਚ ਖਾਮੀਆਂ ਵੀ ਕੁਝ ਦੇਖਣ ਨੂੰ ਮਿਲੀਆਂ? ਕਿਉਂਕਿ ਆਮ ਲੋਕਾਂ ਦੇ ਵਿੱਚ ਸੁਣਨ ਨੂੰ ਵੀ ਆਇਆ ਵੀ ਜਿਹੜਾ ਬੜੀ ਛੇਤੀ ਤੱਤ ਭਰਾਤੇ ਵਿੱਚ ਇਹ ਜਿਹੜੇ ਪੈਸੇ ਵੰਡੇ ਗਏ ਨੇ, ਕੋਈ ਪਹਿਲਾਂ ਸਰਕਾਰ ਵੱਲੋਂ ਕੋਈ ਪਲਾਨ ਆਊਟ ਨਹੀਂ ਕੀਤਾ ਗਿਆ ਸੀ। ਉਹੀ ਉਹ ਜਿਵੇਂ ਖਾਮੀਆਂ ਹੀ ਸੀਗੀਆਂ ਜਿਹੜੀਆਂ ਆਪਾਂ ਹੁਣ ਗੱਲ ਕੀਤੀ ਆ, ਇਹ ਸਰਕਾਰ ਦੀਆਂ ਖਾਮੀਆਂ ਸੀ, ਪ੍ਰੋਪਰਲੀ ਪਲਾਨਡ ਨਹੀਂ ਸੀ। ਹਾਂ, ਠੀਕ ਆ ਵੀ ਲੋਕਾਂ ਨੂੰ ਵੀ ਲੋੜ ਸੀਗੀ ਇਸ ਵਕਤ ਪੈਕੇਜ ਦੇਣ ਦੀ, ਕਿਉਂਕਿ ਜਦੋਂ ਵੀ ਸਰਕਾਰਾਂ ਹੁੰਦੀਆਂ ਹੀ ਇਸੇ ਕੰਮ ਨੂੰ ਵੀ ਜੇ ਲੋਕਾਂ ਨੂੰ ਲੋੜ ਹੋਵੇ ਉਦੋਂ ਉੱਥੇ ਅਵੇਲੇਬਲ ਹੋਣ। ਇਹ ਕੋਈ ਸਰਕਾਰਾਂ ਸਾਡੇ ਤੇ ਕੋਈ ਅਹਿਸਾਨ ਨਹੀਂ ਕਰਦੀਆਂ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ।
ਰੈਗੂਲਰ ਜਿਹੜੇ ਕੰਮ ਨੇ ਸਰਕਾਰਾਂ ਦੇ ਉਹ ਤਾਂ ਹੋ ਹੀ ਜਾਂਦੇ ਆ। ਹੂੰ ਜਦੋਂ ਸੰਕਟ ਆਉਂਦਾ ਉਦੋਂ ਸਰਕਾਰ ਲੋਕਾਂ ਦੀ ਕਿਵੇਂ ਬਾਂਹ ਫੜਦੀ ਹੈ, ਨਾਲ ਦੀ ਨਾਲ ਆਪਣੀ ਪਲੈਨਿੰਗ ਉਹਦੀ ਕੀ ਹੈ, ਕਿੰਨੀ ਸਾਰਥਕ ਉਹਨਾਂ ਦੀ ਯੋਜਨਾਵਾਂ ਸੀਗੀਆਂ ਤੇ ਕਿਸ ਤਰੀਕੇ ਉਹ ਹਮੇਸ਼ਾ ਹੀ ਰੈਡੀ ਰਹਿੰਦੇ ਨੇ। ਸੋ ਉਹ ਚੀਜ਼ ਇੱਥੇ ਰੜਕੀ ਹੈ ਤੇ ਇਸ ਮੈਨੂੰ ਲੱਗਦਾ ਵੀ ਇਹਦੀ ਜਿਹੜੀ ਚਰਚਾ ਹੈ ਐਕਸਪਰਟਸ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਓਵਰ ਹੋ ਗਿਆ, ਓਵਰ ਨਾ ਵੀ ਹੋਵੇ, ਫਲੂ ਤਾਂ ਜਿਹੜੇ ਕੈਂਸਰ ਵੀ ਚੱਲਿਆ ਸੀ ਇੱਕ ਵਾਰੀ, ਤਰਥੱਲੀ ਮੱਚੀ ਸੀ, ਜਾਂ ਫਿਰ ਕਿੰਨੇ ਫਲੂ ਚੱਲੇ ਨੇ ਉਹਨਾਂ ਦੀ ਤਰਥੱਲੀ ਮੱਚੀ ਸੀ, ਸਾਰਸ ਆਇਆ ਸੀ, ਉਹ ਹੈ ਤਾਂ ਹੈਗੇ ਨੇ ਹਲੇ ਵੀ ਉਹ ਬਿਮਾਰੀਆਂ, ਬਟ ਲੋਕ ਇਹ ਆ ਵੀ ਸਮਾਂ ਪਾ ਕੇ ਭੁੱਲ ਹਾਂ, ਲੋਕਾਂ ਦੇ ਵਿੱਚ ਹੁਣ ਨਾਰਮਲ ਹੋ ਗਿਆ, ਉਹ ਨਾਰਮਲ ਹੋ ਗਿਆ, ਉਹਨਾਂ ਦੀ ਦਵਾਈ ਇਸੇ ਤਰ੍ਹਾਂ ਹੀ ਕੁਝ ਸਮਾਂ ਪਾ ਕੇ ਮਿਲਦਾ ਇਹ ਵੀ ਨਾਰਮਲ ਹੋ ਜਾਣਾ। ਜਦੋਂ ਸਰਕਾਰ ਹੀ ਗੱਲਾਂ ਕਰਨ ਲੱਗੀ ਜੀ ਉਦੋਂ ਲੋਕ ਆਪਣੇ ਆਪ ਹੀ ਸੋਚਣ ਲੱਗੇ ਵੀ ਹਾਂਜੀ ਹੁਣ ਤਾਂ ਖੁੱਲ੍ਹ। ਅੱਛਾ, ਜਿਹੜੇ ਆਪਾਂ ਹੁਣ ਜਿਹੜਾ ਇਕਨੋਮਿਕ ਪੈਕੇਜ ਦਿੱਤਾ ਹੈ ਹੁਣ ਤਾਂ ਲੋਕਾਂ ਦੇ ਵਿੱਚ ਕਾਫੀ ਸਰਕਾਰ ਦੀ ਵੀ ਵਾਹਵਾ ਹੋ ਰਹੀ ਹੈ ਵੀ ਬੜੇ ਸਮੇਂ ਸਿਰ ਜਿਹੜੇ ਲੋਕਾਂ ਨੂੰ ਲੋੜ ਸੀ ਉਹਨਾਂ ਨੂੰ ਦਿੱਤਾ ਗਿਆ ਇਹ ਪੈਕੇਜ। ਤੁਸੀਂ ਕੀ ਸਮਝਦੇ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਲੌਂਗ ਟਰਮ ਇੰਪੈਕਟ ਕੀ ਹੋਣਗੇ ਵੀ ਇਹ ਕਿਸ ਤਰ੍ਹਾਂ ਸਰਕਾਰ ਦੇ ਨੂੰ ਇਹਨੂੰ ਪੈਣਾ ਪਏਗਾ ਭੁਗਤਣਾ? ਦੇਖੋ ਜੀ, ਇਹ ਤੁਸੀਂ ਨਾ ਅੱਜ ਜੇ ਬੱਚਿਆਂ ਨਾਲ ਜਿਹੜੇ 10th ਜਾਂ 12 ਗ੍ਰੇਡ ਦੇ ਜਾਂ ਗ੍ਰੈਜੂਏਟ ਨੇ ਯੂਨੀਵਰਸਿਟੀ ਦੇ ਵਿੱਚ ਹੁਣ ਜਾ ਰਹੇ ਨੇ, ਉਹਨਾਂ ਨੂੰ ਵੀ ਪੁੱਛ ਲਓ, ਕਹਿੰਦੇ ਆ ਵੀ ਸਾਡਾ ਜਿਹੜਾ $200 ਬਿਲੀਅਨ 700 ਬਿਲੀਅਨ ਡਾਲਰ ਦਾ ਤਕਰੀਬਨ ਕਰਜ਼ਾ ਗਵਰਨਮੈਂਟ ਸਿਰ ਪਹਿਲਾਂ ਹੈਗਾ ਕੈਨੇਡਾ ਸਿਰ, ਤੇ $200 ਬਿਲੀਅਨ ਹੋਰ ਐਡ ਹੋ ਜਾਣਾ। ਔਰ ਜਦੋਂ ਆਰਥਿਕਤਾ ਬਹੁਤ ਵਧੀਆ ਚੱਲ ਰਹੀ ਸੀ ਉਦੋਂ ਵੀ ਜਿਹੜੀ ਟਰੂਡੋ ਗਵਰਨਮੈਂਟ ਆ ਉਹਨਾਂ ਨੇ ਕੁਝ ਸੇਵਿੰਗਸ ਜਾਂ ਬੈਲੈਂਸ ਕਰਨ ਨੂੰ ਬਜਟ ਨੂੰ ਕੋਈ ਤਰਜੀਹ ਨਹੀਂ ਦਿੱਤੀ। ਉਹ ਪਹਿਲੀ ਵਾਰ ਜਿੱਤ ਗਏ ਜੀ $10 ਬਿਲੀਅਨ ਮੈਂ ਘਾਟੇ 'ਚ ਲੈ ਕੇ ਜਾਊਂਗਾ ਬਜਟ ਤੇ, ਲੋਕਾਂ ਨੂੰ ਲੋੜ ਹੈ। ਉਦੋਂ ਆਰਥਿਕਤਾ ਥੋੜ੍ਹੀ ਜਿਹੀ ਹਲੇ ਥੱਲੇ ਡਾਊਨ ਸੀਗੀ, ਉਸ ਤੋਂ ਬਾਅਦ ਫਿਰ ਉਹ 20 ਬਿਲੀਅਨ, ਫਿਰ 27 ਬਿਲੀਅਨ। ਹੁਣ ਉਹੀ ਘਰ ਦੇ ਵਿੱਚ ਜੇ ਤੁਹਾਡੇ ਕੋਲੇ ਅਕਾਊਂਟ ਦੇ ਵਿੱਚ $10,000 ਪਿਆ ਤੇ ਕੋਈ ਇਹੋ ਜਿਹਾ ਮੌਕਾ ਆ ਗਿਆ, ਲੋੜ ਪੈ ਗਈ, ਤੁਸੀਂ ਕੱਢ ਕੇ ਵਰਤ ਲਓਗੇ। ਹੁਣ ਜੇ ਨਹੀਂ ਹੈਗਾ ਉਹ 10,000 ਤੇ 10,000 ਲਾਈਨ ਆਫ ਕ੍ਰੈਡਿਟ ਤੋਂ ਵੀ ਵਰਤਿਆ ਹੋਇਆ ਤਾਂ ਤੁਸੀਂ ਤਾਂ ਮੈਂਟਲ ਜਿਹੜੀ ਤੁਹਾਡੀ ਸੰਤੁਲਨ ਆ ਤਾਂ ਵੈਸੇ ਹੀ ਵਿਗੜ ਜਾਂਦਾ। ਬਾਕੀ ਤਾਂ ਕੋਵਿਡ ਦੀ ਤਾਂ ਗੱਲ ਬਾਅਦ 'ਚ ਰਹੇਗੀ, ਕਿਉਂਕਿ ਫਾਈਨੈਂਸ਼ੀਅਲ ਸਿਚੁਏਸ਼ਨ ਆ ਬੰਦੇ ਦੀ ਜਿੰਨਾ ਚਿਰ ਉਹ ਸੋਲਿਡ ਨਹੀਂ ਹੈਗੀ ਉਹਨਾਂ ਟਾਈਮ ਬੰਦਾ ਸਭ ਤੋਂ ਉੱਪਰ ਜਿਹੜੀ ਫਿਕਰ ਉਹਨਾਂ ਦਾ ਫਾਈਨੈਂਸ਼ੀਅਲ ਸਿਚੁਏਸ਼ਨ ਦਾ ਹੁੰਦਾ। ਬੰਦਾ ਬਿਮਾਰੀ ਵੀ ਆਪਣੀ ਭੁੱਲ ਜਾਂਦਾ ਵੀ ਇਹ ਤਾਂ ਬਾਅਦ ਦੀ ਗੱਲ ਆ, ਵੀ ਪਹਿਲਾਂ ਜਿਹੜੀ ਚੀਜ਼ ਜ਼ਰੂਰਤ ਹੈ ਬੱਚਿਆਂ ਨੂੰ, ਘਰ ਨੂੰ। ਸੋ ਉਹੀ ਮੁਲਕ ਦੀ ਵੀ ਉਹੀ ਗੱਲ ਆ, ਉਹ ਖਜ਼ਾਨਾ ਤਾਂ ਆਪਣੀ ਪੋਕਟ ਅਤੇ ਮੁਲਕ ਦੀ ਪੋਕਟ ਆ ਇੱਕੋ ਹੀ ਹੈ। ਅੱਛਾ, ਆਪਣੇ ਕੋਲ ਸਿਰਫ 1 ਮਿੰਟ ਰਹਿੰਦਾ, ਆਪਾਂ ਜਾਂਦੇ ਜਾਂਦੇ ਜਿਹੜਾ ਇਹ ਗੱਲ ਕਰ ਲਈਏ ਵੀ ਜਿਹੜਾ ਇੰਡੀਆ ਜਾਂ ਪਾਕਿਸਤਾਨ ਤੋਂ ਜਿਹੜੇ ਆਪਣੇ ਲੋਕ ਉੱਥੇ ਬੈਠੇ ਨੇ ਉਹਨਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਵੱਲੋਂ ਜਿਹੜੇ ਚਲਾਈਆਂ ਗਈਆਂ ਫਲਾਈਟਸ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਇੱਥੇ ਜਿਹੜੀ ਮੈਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਸੀ, ਆਪਾਂ ਕਿਹੋ ਜਿਹਾ ਨਿਭਾਇਆ ਉਹਨਾਂ ਨੇ, ਚਾਹੇ ਉਹ ਕੰਜ਼ਰਵੇਟਿਵ ਪਾਰਟੀ ਹੋਵੇ, ਚਾਹੇ ਉਹ NDP ਹੋਵੇ, ਲੀਡਰ ਜਗਮੀਤ ਸਿੰਘ ਹੋਣ, ਜਾਂ ਗ੍ਰੀਨ ਪਾਰਟੀ। ਚਲੋ ਕਿਊਬਿਕ ਨੂੰ ਇਸ ਦਾ ਜ਼ਿਆਦਾ ਨਹੀਂ ਕਿਉਂਕਿ ਕੁਬੈਕਰਸ ਕਿਤੇ ਹੋਣਗੇ, ਪਰ ਆਪਾਂ ਇੰਡੀਆ ਪਾਕਿਸਤਾਨ ਦੀ ਗੱਲ ਕੀਤੀ ਆ। ਇੱਥੇ ਜੋ ਵੀ ਵੰਡ ਵੰਡਾ ਕੇ ਜੋ ਵੀ ਲੋਕਾਂ ਨੂੰ ਬੈਨੀਫਿਟਸ ਦੇ ਕੇ ਸਭ ਤੋਂ ਵੱਧ ਕਿਰਕਰੀ ਇੱਥੇ ਕਰਾਈ ਆ ਟਰੂਡੋ ਗਵਰਨਮੈਂਟ ਨੇ। ਠੀਕ ਹੈ। ਔਰ ਨਾਲ ਦੀ ਨਾਲ ਮੈਂ ਕਹੂੰਗਾ ਉਹ 18-19 ਜਿਹੜੇ ਸਾਡੇ MP ਨੇ, ਕਿਉਂਕਿ ਇੰਡੀਆ ਦੀ ਗੱਲ ਕੀਤੀ ਆ, ਉਹ ਇੱਕ ਵੀ ਨਹੀਂ ਬੋਲਿਆ। ਔਰ ਇੱਕ ਮਹੀਨਾ ਲੱਗ ਗਿਆ ਜਗਮੀਤ ਸਿੰਘ ਨੂੰ ਵੀ ਬੋਲਣ ਲਈ, ਹਾਲਾਂਕਿ ਅਸੀਂ ਰੇਡੀਓ ਤੇ ਹੋਰ ਸਾਰੇ ਪਾਸੇ ਰੌਲਾ ਪਾਉਂਦੇ ਸੀ। ਜੇ $200 ਬਿਲੀਅਨ ਖਰਚ ਰਹੇ ਹੋ, $50-60 ਮਿਲੀਅਨ ਤੁਸੀਂ ਏਅਰ ਕੈਨੇਡਾ ਦੀ ਫਲਾਈਟਸ ਭੇਜ ਕੇ ਨੈਸ਼ਨਲ ਏਅਰਲਾਈਨਾਂ ਤੇ ਕੱਢਣਾ ਸ਼ੁਰੂ ਕਰੋ ਉਹਨਾਂ ਨੂੰ। ਸੋ ਹਲੇ ਤੱਕ ਵੀ ਇਹਨਾਂ ਰੀਓਪਨਿੰਗ ਦੀਆਂ ਗੱਲਾਂ ਹੋਣ ਲੱਗ ਗਈਆਂ, ਪਰ ਪੂਰੇ ਸਿਟੀਜ਼ਨਸ ਹਲੇ ਵੀ ਲਿਆ ਨਹੀਂ ਹੋਏ। ਫਿਰ ਜਦੋਂ ਲਿਆਉਣ ਲੱਗੇ ਆ ਤੇ ਉਹਦੀ ਟਿਕਟ ਇੰਨੀ ਰੱਖ ਦਿੱਤੀ ਤੇ ਲੋਕਾਂ ਨੂੰ ਉੱਥੇ ਬੈਠਿਆਂ ਨੂੰ ਇੱਥੇ ਆਉਣ ਦਾ ਫਿਕਰ ਸੀ, ਉੱਪਰੋਂ ਹੋਰ ਫਿਕਰ ਪੈ ਗਿਆ ਕਿ ਜੇ 4 ਜਾਣੇ ਆ ਤਾਂ $12,000 ਕਿਵੇਂ ਅਫੋਰਡ ਕਰਨਗੇ, ਕਿੱਥੋਂ ਦੇਣਗੇ? ਮਤਲਬ ਕਿ ਓਵਰਆਲ ਇਸ ਪੱਧਰ ਤੇ ਜਿਹੜੀ ਨਾਕਾਮ ਰਹੀ ਹੈ ਸਰਕਾਰ, ਤਾਂ F ਦੇਊਂਗਾ ਜੀ ਮੈਂ, ਪੂਰੀ ਤਰ੍ਹਾਂ ਜਿਹੜੀ ਫੇਲ ਰਹੀ ਹੈ। ਤੁਹਾਡਾ ਇਸ ਚਰਚਾ ਵਿੱਚ ਸ਼ਾਮਲ ਹੋਣ ਲਈ ਸ਼ਮਸ਼ੇਰ ਜੀ ਬਹੁਤ ਬਹੁਤ ਧੰਨਵਾਦ। ਗਾਹੇ ਬਗਾਏ ਫਿਰ ਤੁਹਾਡੇ ਨਾਲ ਵੱਖ-ਵੱਖ ਵਿਸ਼ਿਆਂ ਤੇ ਚਰਚਾ ਜ਼ਰੂਰ। ਧੰਨਵਾਦ ਜੀ ਸਮਾਂ ਦੇਣ ਲਈ, ਔਰ ਮੈਂ ਦਰਸ਼ਕਾਂ ਨੂੰ ਵੀ ਮਾਫੀ ਮੰਗਦਾ ਜੇਕਰ ਉਹਨਾਂ ਨੂੰ ਕੋਈ ਗੱਲ ਨਾ ਚੰਗੀ ਲੱਗੀ ਹੋਵੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖ ਰਹੇ ਸੀ ਸਟਾਰਟਾਕ ਸ਼ੋਅ, ਤੇ ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਨਵਾਂ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।